ਬਹੁਤ ਸਾਰੇ ਜਿਹੜੇ ਲੋਕ ਨੇ ਹੁਣ ਉਹ ਕਾਮਨ ਲਾ ਇਕੱਠੇ ਰਹਿ ਰਹੇ ਨੇ ਵਿਆਹ ਕਿਰਾਏ ਤੋਂ ਬਿਨਾਂ ਜੀ ਉਹ ਸੈਰੇਮਨੀ ਨਹੀਂ ਕਰਦੇ ਲੇਕਿਨ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਵਿਆਹ ਤਾਂ ਜੋੜੇ ਵਾਂਗ ਹੀ ਹੁੰਦਾ ਹੈ ਪ੍ਰੀ ਨਪਸ਼ੂਅਲ ਐਗਰੀਮੈਂਟ ਹੈ ਉਹਨੂੰ ਅਗਰ ਆਪਾਂ ਸਹੀ ਤਰੀਕੇ ਦੇ ਨਾਲ ਐਗਜ਼ੀਕਿਊਟ ਕਰਨਾ ਹੈ ਨਾ ਪ੍ਰੀਪੇਅਰ ਕਰੀਏ ਤਾਂ ਦੋਨੋਂ ਪਾਰਟੀਜ਼ ਨੂੰ ਆਪਣਾ ਜੁਦਾ ਜੁਦਾ ਵਕੀਲ ਚਾਹੀਦਾ ਹੈ ਤਾਂ ਕਿ ਉਹ ਆਪਣੇ ਵਕੀਲ ਤੋਂ ਸਲਾਹ ਲੈ ਸਕਣ ਔਰ ਪ੍ਰੋਪਰਲੀ ਉਹਦੇ ਨੈਗੋਸ਼ੀਏਟ ਹੋ ਸਕਣ ਟਰਮਸ ਅਗੇਨ ਤਾਂ ਕਿ ਕੱਲ੍ਹ ਨੂੰ ਕੋਈ ਪਾਰਟੀ ਇਹ ਨਾ ਕਹਿ ਸਕੇ ਕਿ ਮੈਨੂੰ ਆਪਣੇ ਹੱਕਾਂ ਬਾਰੇ ਨਹੀਂ ਸੀ ਪਤਾ ਜਾਂ ਮੈਂ ਵਕੀਲ ਨਾਲ ਗੱਲ ਨਹੀਂ ਕੀਤੀ ਸੀ ਅਗੇਨ ਪ੍ਰੀ ਨਪਸ਼ੂਅਲ ਦੇ ਵਿੱਚ ਬੱਚਿਆਂ ਦੀ ਕਸਟਡੀ ਆਪਾਂ ਨਹੀਂ ਲਿਖ ਸਕਦੇ ਕਿਉਂਕਿ ਉਸ ਵੇਲੇ ਤੁਹਾਡੇ ਬੱਚੇ ਨਹੀਂ ਹੈਗੇ ਉਹ ਲੈਟਸ ਸੇ ਤੁਸੀਂ ਇਕੱਠੇ ਰਹਿੰਦੇ ਹੋ ਐਂਡ ਦੈਨ ਤੁਹਾਡਾ ਪ੍ਰੀ ਨਪਚੁਅਲ ਹੈਗਾ ਬਟ ਤੁਹਾਡੇ ਬੱਚੇ ਵੀ ਨੇ ਉਹ ਬੱਚਿਆਂ ਦਾ ਪੋਰਸ਼ਨ ਜਿਹੜਾ ਹੈਗਾ ਹੈ ਈਦਰ ਤੁਸੀਂ ਖੁਦ ਆਪਸ ਵਕੀਲਾਂ ਦੇ ਥਰੂ ਜਾਂ ਖੁਦ ਆਪਸ ਦੇ ਵਿੱਚ ਇੱਕ ਮੀਡੀਏਟਰ ਦੇ ਰਾਹੀਂ ਉਹਨਾਂ ਮਸਲਿਆਂ ਨੂੰ ਸੁਲਝਾ ਸਕਦੇ ਹੋ ਜਾਂ ਯੂਲ ਗੋ ਟੂ ਕੋਰਟ ਸੋ ਕਾਮਨ ਲਾ ਦੇ ਵਿੱਚ ਜਦੋਂ ਜੋੜਾ ਸੈਪਰੇਟ ਹੁੰਦਾ ਹੈ ਵੱਖ-ਵੱਖ ਹੁੰਦਾ ਹੈ ਅਤੇ ਪ੍ਰੋਪਰਟੀ ਦੇ ਵਿੱਚੋਂ ਹਿੱਸਾ ਲੈਣ ਦਾ ਜਿਹੜੇ ਸਾਰੇ ਪ੍ਰੋਪਰਟੀ ਰਾਈਟਸ ਨੇ ਉਹ ਬਿਲਕੁਲ ਸੇਮ ਨੇ ਜੋ ਕਿ ਇੱਕ ਵਿਆਹੁਤੇ ਜੋੜੇ ਨੂੰ ਮਿਲਦੇ ਨੇ ਲੇਕਿਨ ਜਿਹੜੇ ਕਾਮਨ ਲਾ ਸਪਾਊਸਿਸ ਨੇ ਉਹਨਾਂ ਦੇ ਕੋਲ ਇੱਕ ਟਾਈਮ ਡੈਡਲਾਈਨ ਹੁੰਦੀ ਹੈ ਇਟਸ ਟਾਈਮ ਸੈਂਸਿਟਿਵ ਕਿ ਤੁਸੀਂ ਆਪਣਾ ਕਲੇਮ ਜਿਹੜਾ ਉਹ ਇੱਕ ਟਾਈਮ ਪੀਰੀਅਡ ਦੇ ਵਿੱਚ ਫਾਈਲ ਕਰੋ ਅਗਰ ਤੁਸੀਂ ਨਹੀਂ ਕਰਦੇ ਦੈਨ ਯੂਰ ਸਟੈਚੂਟ ਬਾਉਂਡ ਤੁਸੀਂ ਵਿੱਚ ਫਿਰ ਹਿੱਸਾ ਨਹੀਂ ਉਹਦੇ ਲੈ ਸਕਦੇ ਕੋਰਟ ਦੇ ਵਿੱਚ ਨਹੀਂ ਲੈ ਸਕਦੇ ਤੁਹਾਡੇ ਕੋਲ ਲੰਬਾ ਐਕਸਪੀਰੀਅੰਸ ਹੈ ਜੀ ਇਸ ਫੀਲਡ ਦੇ ਵਿੱਚ ਹਾਂਜੀ ਜਦੋਂ ਕੋਈ ਵਿਅਕਤੀ ਨੈਵੀਗੇਟ ਕਰ ਰਿਹਾ ਇਸ ਡਾਈਵੋਰਸ ਲਾਅ ਦਾ ਪ੍ਰੋਸੈਸ ਜਿਹੜਾ ਹੈਗਾ ਉਹਦੇ 'ਚ ਕਿਹੜੀਆਂ ਮੇਜਰ ਮਿਸਕਨਸੈਪਸ਼ਨਸ ਜਾਂ ਆਬਸਟੀਕਲਸ ਜਿਹੜੇ ਨੇ ਤੁਸੀਂ ਦੇਖਦੇ ਹੋ ਜਿਹੜੇ ਕਿ ਆਮ ਤੌਰ ਦੇ ਉੱਤੇ ਸਾਹਮਣੇ ਆਉਂਦੇ ਇੱਕ ਵਧੀਆ ਖਬਰ ਹੈ ਜੀ ਕਿ ਕੈਨੇਡਾ ਵਿੱਚ ਡਾਈਵੋਰਸ ਰੇਟ ਜੋ ਹੈ ਉਹ ਲੋਐਸਟ ਹੈ ਪਿਛਲੇ 50 ਸਾਲਾਂ ਦੇ ਵਿੱਚ ਅਤੇ ਇਹ ਜਿਹੜੀ ਖਬਰ ਹੈਗੀ ਇੱਕ ਖੁਸ਼ੀ ਦਾ ਇਜ਼ਹਾਰ ਇਹ ਕਰਦੀ ਹੈਗੀ ਕਿ ਲੋਕ ਜਿਹੜੇ ਨੇ ਹੁਣ ਇਕੱਠੇ ਰਹਿਣਾ ਚਾਹੁੰਦੇ ਨੇ ਪਰ ਉਸਦੇ ਨਾਲ ਨਾਲ ਇੱਕ ਇਹ ਵੀ ਟ੍ਰੈਂਡ ਆ ਰਿਹਾ ਕਿ ਲੋਕ ਨਵੀਂ ਜਿਹੜੀ ਜਨਰੇਸ਼ਨ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀ ਇਸੇ ਸੰਬੰਧ ਵਿੱਚ ਅਸੀਂ ਚਰਚਾ ਕਰਾਂਗੇ ਅਤੇ ਮੇਰਾ ਸਾਥ ਦੇਣਗੇ ਚੰਦਨ ਸਬਰਵਾਲ ਇੱਕ ਨਾਮਵਰ ਲਾਇਰ ਨੇ ਫੈਮਿਲੀ ਲਾਅ ਵਿੱਚ ਮਹਾਰਤ ਰੱਖਦੇ ਨੇ ਚੰਦਨ ਜੀ ਆਇਆਂ ਨੂੰ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਸੋ ਮਚ ਐਂਡ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਸੋ ਡਾਈਵੋਰਸ ਰੇਟਸ ਦੇ ਸੰਬੰਧ ਵਿੱਚ ਜਿਹੜਾ ਇੱਕ ਵੇਨੀਅਰ ਇੰਸਟੀਚਿਊਟ ਨੇ ਇੱਕ ਰਿਪੋਰਟ ਕੱਢੀ ਹੈ ਉਹ ਕਹਿੰਦੇ ਕਿ ਜੀ 5.6 ਪਰ 1000 ਤੇ ਮੈਰਿਡ ਕਪਲ ਜਿਹੜੇ ਨੇ ਉਹ ਡਾਈਵੋਰਸ ਰੇਟਸ ਇੱਥੇ ਡ੍ਰੌਪ ਹੋਇਆ ਹੈ ਅਤੇ ਇਹ ਲੋਐਸਟ ਨੰਬਰ ਹੈ 73 ਤੋਂ ਬਾਅਦ ਜੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 1991 ਵਿੱਚ ਰੇਟ ਸੀ 12.7 1000 ਮੈਰਿਡ ਕਪਲ ਦੇ ਪਿੱਛੇ ਪਰ ਇਸ ਦੇ ਨਾਲ ਨਾਲ ਹੁਣ ਘੱਟ ਲੋਕ ਜਿਹੜੇ ਨੇ ਉਹ ਵਿਆਹ ਕਰਾ ਰਹੇ ਨੇ ਅਤੇ 44% ਜਿਹੜੇ ਏਜ ਗਰੁੱਪ 15 ਓਵਰ ਏਜ 15 ਨੇ 2021 ਦੇ ਵਿੱਚ ਸੀ ਕੰਪੇਅਰ ਟੂ 54% ਜਿਹੜਾ ਹੁਣ 1991 ਦੇ ਵਿੱਚ ਹੈਗਾ ਸੀ ਸੋ ਇਹ ਇੱਕ ਚੰਗਾ ਟ੍ਰੈਂਡ ਜੀ ਡਾਈਵੋਰਸ ਰੇਟ ਘੱਟ ਰਹੇ ਹੈਗੇ ਨੇ ਐਜ਼ ਅ ਲਾਇਰ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਕਿ ਜਿਹੜਾ ਇਹ ਲੋਐਸਟ ਰੇਟ 'ਤੇ ਅਸੀਂ ਪਹੁੰਚੇ ਹਾਂ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਜੀ ਆਈ ਥਿੰਕ ਜਿੱਦਾਂ ਇਸ ਆਰਟੀਕਲ ਦੇ ਵਿੱਚ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਹੁਣ ਉਹ ਕਾਮਨ ਲਾ ਇਕੱਠੇ ਰਹਿ ਰਹੇ ਨੇ ਵਿਆਹ ਕਿਰਾਏ ਤੋਂ ਬਿਨਾਂ ਜੀ ਉਹ ਸੈਰੇਮਨੀ ਨਹੀਂ ਕਰਦੇ ਲੇਕਿਨ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਵਿਆਹ ਤਾਂ ਜੋੜੇ ਵਾਂਗ ਹੀ ਹੁੰਦਾ ਹੈ ਸੋ ਜਿਹੜਾ BC ਦਾ ਆਪਣਾ ਫੈਮਿਲੀ ਲਾਅ ਐਕਟ ਹੈ ਉਹਦੇ ਅਧੀਨ ਹੁਣ ਜਿਹੜੇ ਇਕੱਠੇ ਰਹਿੰਦੇ ਨੇ ਕਾਮਨ ਲਾਅ ਰਹਿੰਦੇ ਨੇ ਲੋਕ ਉਹਨਾਂ ਨੂੰ ਵੀ ਪ੍ਰੋਪਰਟੀ ਦੇ ਵਿੱਚੋਂ ਸੇਮ ਰਾਈਟਸ ਮਿਲਦੇ ਨੇ ਜੋ ਕਿ ਇੱਕ ਵਿਆਹ ਹੋਏ ਜੋੜੇ ਨੂੰ ਦਿੱਤੇ ਜਾਂਦੇ ਨੇ ਸੋ ਸ਼ਾਇਦ ਇਸ ਕਰਕੇ ਵੀ maybe one of the reasons is ਕਿ ਜਿਹੜੀ ਪ੍ਰੋਪਰਟੀ ਦੀ ਡਿਵੀਜ਼ਨ ਹੋਣੀ ਜਿਹੜੀ ਚੀਜ਼ ਤੁਸੀਂ ਇਕੱਠੇ ਬਣਾਉਂਦੇ ਹੋ ਉਹਦਾ ਜਿਹੜਾ ਜਦ ਅਗਰ ਤੁਹਾਡੀ ਨਹੀਂ ਬਣਦੀ ਕਾਮਨ ਲਾਅ ਤੁਸੀਂ ਰਹਿ ਰਹੇ ਹੋ ਤੁਸੀਂ ਫਿਰ ਵੀ ਉਸ ਦੇ ਵਿੱਚੋਂ ਸੇਮ ਰਾਈਟਸ ਲੈ ਸਕਦੇ ਹੋ ਐਜ਼ ਅ ਮੈਰਿਡ ਕਪਲ ਆਲਸੋ ਆਈ ਥਿੰਕ ਇਸ ਆਰਟੀਕਲ ਦੇ ਵਿੱਚ ਤੇ ਨਹੀਂ ਮੈਂਸ਼ਨ ਕੀਤਾ ਗਿਆ ਬਟ ਆਈ ਥਿੰਕ ਇਨ ਦ ਲਾਸਟ ਫਿਊ ਈਅਰਸ ਇੱਕ ਪ੍ਰੀ ਨਪਚੁਅਲ ਜਿਹੜਾ ਡਾਕੂਮੈਂਟ ਹੈ ਐਗਰੀਮੈਂਟ ਜਿਹੜੇ ਐਗਰੀਮੈਂਟ ਹੁੰਦੇ ਵਿਆਹ ਤੋਂ ਪਹਿਲਾਂ ਕਿ ਅਗਰ ਤੁਹਾਡੀ ਨਹੀਂ ਬਣਦੀ ਤੇ ਉਸ ਸਿਚੁਏਸ਼ਨ ਦੇ ਵਿੱਚ ਕੀ ਹੋਏਗਾ ਜੇ ਤੁਸੀਂ ਸਾਂਝੀ ਕੋਈ ਪ੍ਰੋਪਰਟੀ ਬਣਾਈ ਹੈ ਉਹਦਾ ਬਟਵਾਰਾ ਕਿਸ ਤਰ੍ਹਾਂ ਹੋਏਗਾ ਅਗਰ ਤੁਹਾਡੇ ਵਿਆਹ ਤੋਂ ਪਹਿਲਾਂ ਦੀ ਕੋਈ ਪ੍ਰੋਪਰਟੀ ਹੈ RRSPs ਨੇ ਜੋ ਵੀ ਹੈ ਉਹ ਵੱਖ ਰਹਿਣਗੇ ਸੋ ਆਈ ਥਿੰਕ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ a lot of them ਬਹੁਤ ਸਾਰੇ ਲੋਕ ਪ੍ਰੀ ਨਪਚੁਅਲ ਐਗਰੀਮੈਂਟ ਵੀ ਕਰਦੇ ਨੇ ਸੋ
ਅਗਰ ਉਸ ਸੂਰਤ ਦੇ ਵਿੱਚ ਤੁਹਾਡਾ ਰਿਸ਼ਤਾ ਨਹੀਂ ਬਣਦਾ then rather than doing a court action or going through that you just withdraw ਹਾਂਜੀ ਤੁਸੀਂ ਸਿਰਫ ਉਸ ਐਗਰੀਮੈਂਟ ਨੂੰ ਫੋਲੋ ਕਰਨਾ ਹੈ ਹਾਂ ਔਰ ਅਗਰ ਤੁਸੀਂ ਕਾਮਨ ਲਾਅ ਵੀ ਰਹਿ ਰਹੇ ਹੋ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਐਗਰੀਮੈਂਟ ਦੀ ਵਰਤੋਂ ਕਰਦੇ ਨੇ ਤਾਂ ਕਿ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਨਾ ਜਾਣਾ ਪਏ ਤੁਸੀਂ ਸੈਂਕੜਿਆਂ ਦੀ ਗਿਣਤੀ ਵਿੱਚ ਡੀਲ ਕਰਦੇ ਹੋ ਐਸੇ ਕੇਸਿਸ ਦੇ ਵਿੱਚ ਓਵਰ ਦਾ ਈਅਰਸ ਆਪਣੀ ਕਮਿਊਨਿਟੀ ਦੀ ਜੇ ਅਸੀਂ ਗੱਲ ਕਰੀਏ ਕੀ ਟ੍ਰੈਂਡ ਹੈ ਜੀ ਕੀ ਆਪਣੀ ਕਮਿਊਨਿਟੀ ਵਿੱਚ ਵੀ ਇਹ ਡਾਈਵੋਰਸ ਰੇਟਸ ਦਾ ਜਿਹੜਾ ਦਰ ਹੈਗਾ ਜਿਹੜਾ ਰੇਟ ਆਫ ਡਾਈਵੋਰਸਿਸ ਨੇ ਉਹ ਘਟ ਰਹੇ ਨੇ ਸਟੈਟਿਕ ਨੇ ਜਾਂ ਸੇਮ ਨੇ ਜਾਂ ਵੱਧ ਰਹੇ ਨੇ from a family law perspective, from a lawyer's perspective, ਅਗਰ ਮੈਂ ਦੇਖਾਂ ਕਿ 10 ਸਾਲ ਪਹਿਲੇ ਤੇ ਹੁਣ ਦੇ ਵਿੱਚ ਮੇਰੇ ਵਰਕਲੋਡ ਦੇ ਵਿੱਚ ਕੋਈ ਘਾਟਾ ਜਾਂ ਵਾਧਾ ਆਇਆ ਜਾਂ in my colleagues ਅਗਰ ਅਸੀਂ ਆਪਸ 'ਚ ਗੱਲਬਾਤ ਕਰੀਏ there's work everybody is busy okay but I have to say more and more ਜਿਹੜੀ common law ਹੈ ਅਰੇਂਜਮੈਂਟ ਹੈ ਲੋਕਾਂ ਦੇ ਵਿੱਚ ਉਹ ਵਧੀਆ ਹੈ ਉਹ ਲਾਈਕ ਇਫ ਆਈ ਲੁੱਕ ਬੈਕ ਜਦੋਂ ਮੈਂ 16-17 ਸਾਲ ਪਹਿਲੇ ਸ਼ੁਰੂਆਤ ਕੀਤੀ ਸੀ ਤੇ ਅੱਜ ਦੇ ਵਿੱਚ ਕਾਮਨ ਲਾਅ ਜਿਹੜੇ ਜੋੜੇ ਨੇ ਉਹ ਐਬਸੋਲੂਟਲੀ ਵਧੇ ਨੇ ਰਾਈਟ ਔਰ ਜਿਹੜਾ ਲਾਈਕ ਆਈ ਸੈਡ ਪ੍ਰੀਨਪਚੁਅਲ ਐਗਰੀਮੈਂਟ ਹੈ ਉਹਦੀ ਵਰਤੋਂ ਵੀ ਵਧੀ ਹੈ ਸੋ ਹੁਣ ਵਿਆਹ ਤੋਂ ਪਹਿਲਾਂ ਤੁਹਾਡੇ ਕੋਲ ਮੁੰਡਾ ਕੁੜੀ ਆ ਜਾਂਦੇ ਨੇ ਤੇ ਤੁਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਉਹ ਐਗਰੀਮੈਂਟ ਜਿਹੜੀ ਉਹ ਸਾਈਨ ਕਰ ਦਿੰਦੇ ਹੋ ਜੀ ਸੋ ਕੀ ਉਹ ਬਾਅਦ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਉਹੀ ਇਨਫੋਰਸ ਹੁੰਦੀ ਹੈ ਜਾਂ ਫਿਰ ਜਿਹੜੇ ਕਾਨੂੰਨ ਨੇ ਜਿਹੜੇ ਜੁੜੇ ਹੋਏ ਨੇ ਮੈਰਿਜ ਨਾਲ ਉਹ ਲਾਗੂ ਹੁੰਦੇ ਨੇ ਸੋ ਜਿਹੜਾ ਪ੍ਰੀਨਪਚੁਅਲ ਐਗਰੀਮੈਂਟ ਹੈ ਉਹਨੂੰ ਅਗਰ ਆਪਾਂ ਸਹੀ ਤਰੀਕੇ ਦੇ ਨਾਲ ਐਗਜ਼ੀਕਿਊਟ ਕਰਨਾ ਹੈ ਨਾ ਪ੍ਰੀਪੇਅਰ ਕਰੀਏ ਤਾਂ ਦੋਨੋਂ ਪਾਰਟੀਜ਼ ਨੂੰ ਆਪਣਾ ਜੁਦਾ ਜੁਦਾ ਵਕੀਲ ਚਾਹੀਦਾ ਹੈ ਤਾਂ ਕਿ ਉਹ ਆਪਣੇ ਵਕੀਲ ਤੋਂ ਸਲਾਹ ਲੈ ਸਕਣ ਔਰ ਪ੍ਰੋਪਰਲੀ ਉਹਦੇ ਨੈਗੋਸ਼ੀਏਟ ਹੋ ਸਕਣ ਟਰਮਸ ਅਗੇਨ ਤਾਂ ਕਿ ਕੱਲ੍ਹ ਨੂੰ ਕੋਈ ਪਾਰਟੀ ਇਹ ਨਾ ਕਹਿ ਸਕੇ ਕਿ ਮੈਨੂੰ ਆਪਣੇ ਹੱਕਾਂ ਬਾਰੇ ਨਹੀਂ ਸੀ ਪਤਾ ਜਾਂ ਮੈਂ ਵਕੀਲ ਨਾਲ ਗੱਲ ਨਹੀਂ ਕੀਤੀ ਸੀ ਰਾਈਟ ਔਰ ਜਿਹੜੇ ਪ੍ਰੀਨਪਚੁਅਲ ਐਗਰੀਮੈਂਟ ਹੈ ਉਹ ਵੀ ਇਸ ਤਰੀਕੇ ਦੇ ਨਾਲ ਬਣਾਉਣਾ ਚਾਹੀਦਾ ਹੈ ਕਿ ਉਹਦੇ 'ਚ ਫੇਅਰਨੈਸ ਹੋਵੇ ਪਰ ਚੰਦਨ ਜੀ ਕੀ ਇਹ ਹੋ ਸਕਦਾ ਹੈ ਕਿ ਜੀ ਪ੍ਰੀਨਪਚੁਅਲ ਐਗਰੀਮੈਂਟ ਜਿਹੜਾ ਬਣਾਇਆ ਹੈ ਉਹਦੇ ਵਿੱਚ ਕਿਉਂਕਿ ਹਸਬੈਂਡ ਵਾਈਫ ਜਦੋਂ ਵਿਆਹ ਹੋ ਜਾਂਦਾ ਤਾਂ ਉਸ ਤੋਂ ਬਾਅਦ ਪ੍ਰਾਪਰਟੀਜ਼ ਇਕੱਠੀਆਂ ਹੋ ਜਾਂਦੀਆਂ ਨੇ ਜੋ ਕੁਝ ਤੁਸੀਂ ਓਨ ਕਰਦੇ ਹੋ ਸ਼ੇਅਰ ਕਰਦੇ ਹੋ ਤੁਸੀਂ 50-50 ਪ੍ਰੀਨਪਚੁਅਲ ਐਗਰੀਮੈਂਟ ਵਿੱਚ ਇਹ ਕਿਹਾ ਗਿਆ ਕਿ ਜੀ ਅਸੀਂ 2 ਸਾਲ ਫੋਰ ਐਗਜ਼ਾਮਪਲ ਅਸੀਂ ਇਕੱਠੇ ਰਹਾਂਗੇ ਅਤੇ ਜੋ ਕੁਝ ਵੀ ਸਾਡਾ ਹੈਗਾ ਉਹ ਅਲੱਗ-ਅਲੱਗ ਹੋਏਗਾ ਪਰ ਅਕੋਰਡਿੰਗ ਟੂ ਦਾ ਲਾਅ ਤਾਂ ਵਿਆਹ ਤੋਂ ਬਾਅਦ ਉਹ ਸਭ ਬਰਾਬਰ ਹੋ ਗਿਆ ਸੋ ਕਿਹੜੀ ਚੀਜ਼ ਪ੍ਰੀਵੇਲ ਕਰਦੀ ਕੀ ਉਹ ਪ੍ਰੀਨਪਚੁਅਲ ਐਗਰੀਮੈਂਟ ਪ੍ਰੀਵੇਲ ਕਰੇਗਾ ਜਾਂ ਜੋ ਬਾਅਦ ਦੇ ਵਿੱਚ ਕਾਨੂੰਨ ਜਿਹੜਾ ਲਾਗੂ ਹੁੰਦਾ ਉਹ ਹੁੰਦਾ ਹੈਗਾ ਸੋ ਜਿਹੜਾ ਤੁਹਾਡਾ ਪ੍ਰੀਨਪਚੁਅਲ ਐਗਰੀਮੈਂਟ ਹੈ ਕੋਰਟ ਵਿਲ ਵਾਂਟ ਟੂ ਸੀ ਇਟ ਕਿ ਅਗਰ ਇਸ ਤੋਂ ਡਿਪਾਰਟ ਕਰਨਾ ਹੈ ਕਿਉਂਕਿ ਅਗਰ ਤੁਸੀਂ ਉਹਨੂੰ ਐਂਟਰ ਕੀਤਾ ਹੈ ਪ੍ਰੋਪਰ ਡਿਸਕਲੋਜ਼ਰ ਦੇ ਕੇ ਇੱਕ ਦੂਜੇ ਨੂੰ ਪੂਰੀ ਆਪਣੀ ਸਥਿਤੀ ਆਰਥਿਕ ਸਥਿਤੀ ਦੱਸ ਕੇ ਕਾਨੂੰਨੀ ਸਲਾਹ ਲੈ ਕੇ ਦੈਨ ਕੋਰਟ ਉਸ ਚੀਜ਼ ਨੂੰ ਅਹਿਮੀਅਤ ਦੇਵੇਗਾ ਓਕੇ ਉਹ ਕਹਿਣਗੇ ਕਿ ਓਕੇ ਤੁਹਾਨੂੰ ਪਤਾ ਸੀ ਉਸ ਵੇਲੇ ਲੇਕਿਨ ਅਗਰ ਹੁਣ ਤੁਸੀਂ ਕਾਮਨ ਲਾਅ ਰਹਿ ਰਹੇ ਹੋ 20 ਸਾਲਾਂ ਤੋਂ ਔਰ ਤੁਹਾਡੇ ਵਿੱਚ 2 ਬੱਚੇ ਹੋ ਗਏ 3 ਬੱਚੇ ਹੋ ਗਏ ਔਰ ਤੁਹਾਡੇ ਪ੍ਰੀਨਪਚੁਅਲ 'ਚ ਲਿਖਿਆ ਕਿ ਸਪਾਊਸਲ ਸਪੋਰਟ ਬਿਲਕੁਲ ਨਹੀਂ ਦੇਣੀ ਹੈਗੀ that can be challenged because ਤੁਸੀਂ ਇੱਕ ਤਾਂ ਤੁਹਾਡੇ ਇਕੱਠੇ ਰਹਿਣ ਦਾ ਸਮਾਂ ਬਹੁਤ ਹੈ ਤੁਸੀਂ ਕੰਟੈਂਪਲੇਟ ਤੁਸੀਂ ਸੋਚ ਨਹੀਂ ਸਕਦੇ ਕੁਝ ਹੱਦ ਤੱਕ ਤੁਸੀਂ ਸੋਚ ਸਕਦੇ ਆ ਪ੍ਰੈਡਿਕਸ਼ਨ ਕਰ ਸਕਦੇ ਆ ਲੇਕਿਨ ਹੋ ਸਕਦਾ ਹੈ ਕਿ ਉਸ 20 ਸਾਲਾਂ ਦੇ ਵਿੱਚ ਇੱਕ ਸਪਾਊਸ ਨੂੰ ਕੋਈ ਹੈਲਥ ਇਸ਼ੂਜ਼ ਆ ਗਏ ਹੋਣ ਰਾਈਟ ਔਰ ਉਹਨਾਂ ਨੂੰ ਘਰ ਰਹਿਣਾ ਪਵੇ ਸੋ ਇਹ ਚੀਜ਼ਾਂ I mean so many factors could happen so yes I guess to answer your question in very simplistic terms yes a prenuptial agreement agar ਉਹ significantly unfair ਹੈ at its core then ਉਹਨੂੰ ਕੋਰਟ ਕਹਿ ਸਕਦੀ ਹੈ ਕਿ ਇਹ ਪੋਰਸ਼ਨ ਜਿਹੜਾ ਹੈ ਇਹ ਨਹੀਂ ਕਿ ਸਾਰੇ ਐਗਰੀਮੈਂਟ ਖਾਰਿਜ ਕੀਤਾ ਜਾਏ ਪਰਹੈਪਸ ਉਹਦਾ ਕੋਈ ਇੱਕ ਪੋਰਸ਼ਨ ਹੈ ਜਿਹੜਾ ਸਹੀ ਨਹੀਂ ਹੈ ਜਾਂ ਉਹ ਅਨਫੇਅਰ ਹੈ ਬਟ ਬੇਸਿਕਲੀ ਪ੍ਰੀਨਪਚੁਅਲ ਐਗਰੀਮੈਂਟਸ ਵਧ ਰਹੀਆਂ ਨੇ ਆਪਣੀ ਕਮਿਊਨਿਟੀ ਵਿੱਚ ਵੀ ਹੁਣ ਬੱਚੇ ਜਿਹੜੇ ਨੇ ਉਹ ਪਹਿਲਾਂ ਬੈਠ ਕੇ ਤੈਅ ਕਰਨਾ ਚਾਹੁੰਦੇ ਨੇ ਬਜਾਏ ਕਿ ਬਾਅਦ 'ਚ ਕੋਈ ਸਮੱਸਿਆ ਆਏ ਜੀ ਪਰ ਕੈਨੇਡੀਅਨ ਡਾਈਵੋਰਸ ਲਾਅ ਜਿਹੜਾ ਹੈਗਾ ਜੀ ਉਹ ਕਿਵੇਂ ਹੈਂਡਲ ਕਰਦਾ ਹੈ ਇਸ਼ੂਜ਼ ਜਿਵੇਂ ਕਿ ਪ੍ਰਾਪਰਟੀ ਡਿਵੀਜ਼ਨ ਹੈਗੀ ਹੈ ਸਪਾਊਸਲ ਸਪੋਰਟ ਹੈ ਜਾਂ ਫਿਰ ਬੱਚਿਆਂ ਦੀ ਚਾਈਲਡ ਕਸਟਡੀ ਦਾ ਮੁੱਦਾ ਆਉਂਦਾ ਹੈ ਹਾਂਜੀ ਸੋ ਅਗੇਨ ਪ੍ਰੀਨਪਚੁਅਲ ਦੇ ਵਿੱਚ ਬੱਚਿਆਂ ਦੀ ਕਸਟਡੀ ਆਪਾਂ ਨਹੀਂ ਲਿਖ ਸਕਦੇ ਕਿਉਂਕਿ ਉਸ ਵੇਲੇ ਤੁਹਾਡੇ ਬੱਚੇ ਨਹੀਂ ਹੈਗੇ ਰਾਈਟ ਉਹ ਲੈਟਸ ਸੇ ਤੁਸੀਂ ਇਕੱਠੇ ਰਹਿੰਦੇ ਹੋ ਐਂਡ ਦੈਨ ਤੁਹਾਡਾ ਪ੍ਰੀਨਪਚੁਅਲ ਹੈਗਾ ਬਟ ਤੁਹਾਡੇ ਬੱਚੇ ਵੀ ਨੇ ਉਹ ਬੱਚਿਆਂ ਦਾ ਪੋਰਸ਼ਨ ਜਿਹੜਾ ਹੈਗਾ ਹੈ ਈਦਰ ਤੁਸੀਂ ਖੁਦ ਆਪਸ 'ਚ
ਵਕੀਲਾਂ ਦੇ ਥਰੂ ਜਾਂ ਖੁਦ ਆਪਸ ਦੇ ਵਿੱਚ ਇੱਕ ਮੀਡੀਏਟਰ ਦੇ ਰਾਹੀਂ ਉਹਨਾਂ ਮਸਲਿਆਂ ਨੂੰ ਸੁਲਝਾ ਸਕਦੇ ਹੋ ਜਾਂ you'll go to court. ਐਂਡ ਟਿਪਿਕਲੀ ਹੁਣ ਜਿਹੜਾ ਟ੍ਰੈਂਡ ਹੈ ਕੋਰਟਸ ਦੇ ਵਿੱਚ ਉਹ ਇਹ ਹੈ ਕਿ ਕੋਰਟਸ ਰੈਕਗਨਾਈਜ਼ ਕਰ ਰਹੇ ਨੇ ਕਿ ਬੱਚਿਆਂ ਨੂੰ ਦੋਨੋਂ ਮਾਂ ਤੇ ਪਿਓ ਦੀ ਜ਼ਰੂਰਤ ਹੈਗੀ ਆ ਆਪਣੀ ਲਾਈਫ ਦੇ ਵਿੱਚ. Of course, agar koi safety concerns ne, family violence hai, then that's different. There's actually very recently, a BC Court of Appeal decision that came down, and trial case si onu overturn kita gaya. It was a panel of three female Court of Appeal justices. It's a very interesting decision when it comes to family violence. Appeal court ne kiya hai ki jehde stereotypical myths ne in our society about family violence ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਕੋਈ ਵੀ ਜੱਜ ਡਿਸੀਜਨ ਨਹੀਂ ਦੇ ਸਕਦਾ. So for example, a myth could be ਅਗਰ ਕਿਸੇ ਨੇ ਫੈਮਿਲੀ ਵਾਇਲੈਂਸ ਕਿਸੇ ਤੇ ਹੋਇਆ ਤਸ਼ੱਦਦ ਉਹਨਾਂ ਨੇ ਪੁਲਿਸ ਦੇ ਵਿੱਚ ਰਿਪੋਰਟ ਨਹੀਂ ਕੀਤੀ then it probably didn't happen or it's being exaggerated. So the Court of Appeal decision says that's not true. That is a myth and that is not something a court should propagate further. Our family violence ਦਾ ਜਿਹੜਾ ਬੱਚਿਆਂ ਤੇ ਅਸਰ ਪੈਂਦਾ ਹੈ ਇਹ ਨਹੀਂ ਕਿ ਫੈਮਿਲੀ ਵਾਇਲੈਂਸ ਬੱਚਿਆਂ ਦੇ ਨਾਲ ਕੀਤਾ ਗਿਆ ਜੋ ਸਪਾਊਸਸ ਦੇ ਵਿੱਚ ਫੈਮਿਲੀ ਵਾਇਲੈਂਸ ਹੁੰਦਾ ਹੈ ਉਹਦਾ ਬੱਚਿਆਂ ਤੇ ਕੀ ਅਸਰ ਪੈਂਦਾ ਹੈ ਇੱਕ ਕੋਰਟ ਨੂੰ ਉਹ ਵੀ ਮੱਦੇਨਜ਼ਰ ਰੱਖਣਾ ਪਏਗਾ. So just recent developments in family law, it's a decision that came down and most definitely it's going to have an impact. ਉਹਦਾ ਇੰਪੈਕਟ ਹੋਏਗਾ ਸਾਡੇ ਜਿਹੜੇ ਹੁਣ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਫੈਮਿਲੀ ਵਾਇਲੈਂਸ ਦੀ ਐਲੀਗੇਸ਼ਨਸ ਹੈਗੀਆਂ ਨੇ. ਜੀ ਚੰਦਰ ਜੀ, ਸੋਸਾਇਟਲ ਐਟੀਟਿਊਡਸ ਵਿੱਚ ਜਿਹੜੇ ਚੇਂਜਸ ਆ ਰਹੇ ਨੇ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਟ੍ਰੈਂਡ ਜਿਹੜਾ ਘਟ ਰਿਹਾ ਹੈ ਪਰ ਜਦੋਂ ਅਸੀਂ ਲੀਗਲ ਲੈਂਡਸਕੇਪ ਡਾਈਵੋਰਸ ਦੇ ਅਰਾਊਂਡ ਹੁੰਦਾ ਹੈ ਉੱਤੇ ਕੀ ਦਾ ਇੰਪੈਕਟ ਪਏਗਾ? That's a great question. I think ਜਿੱਦਾਂ ਇਹਨਾਂ ਨੇ ਆંકੜੇ ਦੱਸੇ ਨੇ ਹੈ ਨਾ ਕਿ perhaps the percentages have gone down but if I look at it from just a practice ਕਿ ਸਾਡੀ ਜੋ ਪ੍ਰੈਕਟਿਸ ਹੈ ਜਾਂ ਕੋਰਟ ਦੇ ਵਿੱਚ ਜਿਹੜੇ ਕੇਸਿਸ ਅਸੀਂ ਦੇਖੀਦੇ ਨੇ ਜਾਂ ਜਿਹੜੀ ਕੋਰਟ ਦੇ ਵਿੱਚ ਕੇਸਿਸ ਦਰਜ ਨੇ ਇਨ ਦਾ ਸੈਂਸ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕਿੰਨੇ ਕੇਸਿਸ ਨੇ there's the caseload of any courthouse whether that's Surrey or Vancouver or US or Abbotsford it's still a lot. I think one of the bigger problems that we're facing in our justice system is judges ਨਹੀਂ ਹੈਗੇ sufficient and in news ਦੇ ਵਿੱਚ ਵੀ ਆਉਂਦਾ ਹੈ. ਬਿਲਕੁਲ ਜੀ, ਬਹੁਤ ਵਾਰੀ ਆ ਚੁੱਕਿਆ ਹੈ ਕਿ ਕੋਈ ਹੈ ਨਹੀਂ ਜਿਹੜਾ ਕਿ ਇਨਸਾਫ ਦੀ ਗੱਲ ਕਰ ਸਕੇ. ਬਿਲਕੁਲ ਜੀ. They need more appointments. So I mean at the ground level for us even though statistics ਕਹਿ ਰਹੇ ਨੇ ਕਿ divorce rate decline ਘਟਿਆ ਹੈ but cases ਅਗਰ ਆਪਾਂ ਦੇਖੀਏ I don't think they have decreased. But the work has stopped. Right. So ਜਿਹੜਾ ਲੀਗਲ ਲੈਂਡਸਕੇਪ ਦਾ ਤੁਸੀਂ ਜ਼ਿਕਰ ਕੀਤਾ ਉਸ ਦੇ ਵਿੱਚ ਕਾਮਨ ਲਾਅ ਜਿਹੜਾ ਹੈਗਾ ਜੀ ਇਹ ਇੱਕ ਮੇਜਰ ਯੂਨੀਅਨ ਜਿਹੜਾ ਕਿਹਾ ਜਾ ਰਿਹਾ ਹੈ ਪਰ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਨੂੰ ਡਾਈਵੋਰਸ ਡੇਟਾ ਦੇ ਵਿੱਚ ਰਿਕਾਰਡ ਨਹੀਂ ਕੀਤਾ ਜਾਂਦਾ. ਸੋ ਕੀ ਲੀਗਲ ਚੈਲੰਜਸ ਜਾਂ ਕੰਸੀਡਰੇਸ਼ਨਸ ਉੱਠ ਸਕਦੀਆਂ ਨੇ ਜਦੋਂ ਗੱਲ ਆਉਂਦੀ ਹੈ ਕਾਮਨ ਲਾਅ ਰਿਲੇਸ਼ਨਸ਼ਿਪਸ ਖਾਸ ਤੌਰ 'ਤੇ ਪ੍ਰੋਪਰਟੀ ਰਾਈਟਸ ਅਤੇ ਡਿਸੋਲਿਊਸ਼ਨ ਦਾ? ਹਾਂਜੀ. ਸੋ ਕਾਮਨ ਲਾਅ ਦੇ ਵਿੱਚ ਜਦੋਂ ਜੋੜਾ ਸੈਪਰੇਟ ਹੁੰਦਾ ਹੈ ਵੱਖ-ਵੱਖ ਹੁੰਦਾ ਹੈ ਅਤੇ ਪ੍ਰੋਪਰਟੀ ਦੇ ਵਿੱਚੋਂ ਹਿੱਸਾ ਲੈਣ ਦਾ ਜਿਹੜੇ ਸਾਰੇ ਪ੍ਰੋਪਰਟੀ ਰਾਈਟਸ ਨੇ ਉਹ ਬਿਲਕੁਲ ਸੇਮ ਨੇ ਜੋ ਕਿ ਇੱਕ ਵਿਆਹੁਤੇ ਜੋੜੇ ਨੂੰ ਮਿਲਦੇ ਨੇ ਲੇਕਿਨ ਜਿਹੜੇ ਕਾਮਨ ਲਾਅ ਸਪਾਊਸਸ ਨੇ ਉਹਨਾਂ ਦੇ ਕੋਲ ਇੱਕ ਟਾਈਮ ਡੈਡਲਾਈਨ ਹੁੰਦੀ ਹੈ. ਇਟਸ ਟਾਈਮ ਸੈਂਸਿਟਿਵ ਕਿ ਤੁਸੀਂ ਆਪਣਾ ਕਲੇਮ ਜਿਹੜਾ ਉਹ ਇੱਕ ਟਾਈਮ ਪੀਰੀਅਡ ਦੇ ਵਿੱਚ ਫਾਈਲ ਕਰੋ. ਅਗਰ ਤੁਸੀਂ ਨਹੀਂ ਕਰਦੇ ਦੈਨ ਯੂਰ ਸਟੈਚੂਟ ਬਾਉਂਡ ਤੁਸੀਂ ਵਿੱਚ ਫਿਰ ਉਹ ਹਿੱਸਾ ਨਹੀਂ ਉਹਦੇ ਲੈ ਸਕਦੇ ਕੋਰਟ ਦੇ ਵਿੱਚ ਨਹੀਂ ਲੈ ਸਕਦੇ. ਸੋ ਅਗਰ ਤੁਸੀਂ ਕਾਮਨ ਲਾਅ ਹੋ ਦੈਨ ਤੁਹਾਨੂੰ ਉਹ ਜਿਹੜੀ ਟਾਈਮ ਰਿਸਟ੍ਰਿਕਸ਼ਨਸ ਨੇ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਬਟ ਅਦਰਵਾਈਜ਼ ਤੁਹਾਡੇ ਜਿਹੜੇ ਹੱਕ ਨੇ ਪ੍ਰੋਪਰਟੀ ਦੇ ਵਿੱਚੋਂ ਹਿੱਸਾ ਲੈਣ 'ਤੇ ਪ੍ਰੋਪਰਟੀ ਡਿਵੀਜ਼ਨ ਦੇ ਇੱਕ ਰਿਸ਼ਤਾ ਟੁੱਟਣ 'ਤੇ ਉਹ ਬਿਲਕੁਲ ਸੇਮ ਨੇ.
Dissolution, of course, common law, because ਉਹ ਕਿਤੇ registered ਨਹੀਂ ਹੁੰਦਾ, not like a marriage ਕਿ ਉਹਨੂੰ dissolve ਕਰਨਾ ਪਏ। Okay. ਸਿਰਫ ਜਦੋਂ ਤੁਸੀਂ ਆਪਦੇ taxes ਭਰਦੇ ਹੋ ਤੁਸੀਂ ਉਹਦੇ declare ਕਰਦੇ ਹੋ ਕਿ common law ਹੋ ਜਾਂ married ਹੋ ਜਾਂ ਜੋ ਵੀ ਤੁਹਾਡਾ status ਹੈਗਾ। Okay. ਔਰ ਅਗਰ ਤੁਸੀਂ common law ਔਰ ਤੁਸੀਂ separate ਹੋ ਗਏ ਹੋ then ਤੁਸੀਂ ਸਿਰਫ ਉਹ separated ਵਾਲਾ column ਹੈ ਉਹ check ਕਰਨਾ ਹੁੰਦਾ ਹੈ, right? So there's no sort of ਕਿ ਕੋਈ official certificate ਮਿਲਦਾ ਹੈ, ਜੈਸੇ divorce ਅਗਰ ਤੁਸੀਂ divorce order ਤੁਹਾਨੂੰ ਮਿਲਦਾ ਹੈ ਤਾਂ ਤੁਸੀਂ divorce certificate ਲੈਂਦੇ ਹੋ, right? It's a proof ਕਿ ਤੁਹਾਡੀ ਜਿਹੜੀ marriage ਆ dissolve ਹੋ ਚੁੱਕੀ ਹੈ। Whereas with common law there's no ਕੋਈ ਇਹੋ ਜਿਹੀ declaration ਜਾਂ certificate ਜਾਂ order ਨਹੀਂ ਹੁੰਦਾ ਕਿ ਤੁਹਾਡੀ ਜਿਹੜੀ cohabitation ਹੈ ਉਹ ਖਤਮ ਹੋ ਗਈ ਹੈ। Okay. ਅੱਛਾ, ਤੁਹਾਡੇ ਕੋਲ ਲੰਬਾ ਐਕਸਪੀਰੀਅੰਸ ਹੈ ਜੀ ਇਸ ਫੀਲਡ ਦੇ ਵਿੱਚ। ਹਾਂਜੀ। ਜਦੋਂ ਕੋਈ ਵਿਅਕਤੀ ਨੈਵੀਗੇਟ ਕਰ ਰਿਹਾ ਇਸ ਡਾਈਵੋਰਸ ਲਾਅ ਦਾ ਪ੍ਰੋਸੈਸ ਜਿਹੜਾ ਹੈਗਾ ਉਹਦੇ 'ਚ ਕਿਹੜੀਆਂ ਮੇਜਰ ਮਿਸਕਨਸੈਪਸ਼ਨਸ ਜਾਂ ਆਬਸਟੀਕਲਸ ਜਿਹੜੇ ਨੇ ਤੁਸੀਂ ਦੇਖਦੇ ਹੋ ਜਿਹੜੇ ਕਿ ਆਮ ਤੌਰ ਦੇ ਉੱਤੇ ਸਾਹਮਣੇ ਆਉਂਦੇ ਹੈਗੇ? I think ਸਭ ਤੋਂ ਪਹਿਲਾਂ the time ਜਿਹੜਾ ਵਕਤ ਲੱਗਦਾ ਹੈ ਇੱਕ ਕੋਰਟ ਦੇ ਵਿੱਚ ਇਹਨੂੰ ਸੁਲਝਾਉਣ ਵਾਸਤੇ। ਜੀ। It takes longer than anybody wants, unless ਤੁਸੀਂ ਬੈਠ ਕੇ negotiate ਕਰ ਸਕੋ। But even negotiation process ਤਾਂ ਹੀ successful ਹੈ ਅਗਰ ਦੋਨੋਂ parties ਆਪਸ ਦੇ ਵਿੱਚ ਪੂਰੀ ਤਰ੍ਹਾਂ frankly ਇੱਕ ਦੂਜੇ ਨੂੰ ਆਪਣੇ ਜਿਹੜੇ ਆਰਥਿਕ disclosure ਹੈ ਮਤਲਬ ਕਾਗਜ਼ਾਤ ਨੇ ਉਹ ਆਪਸ ਦੇ ਵਿੱਚ exchange ਕਰਦੇ ਨੇ, ਤਾਂ ਹੀ ਤੁਸੀਂ ਫੇਅਰਲੀ ਇੱਕ ਰੈਜ਼ੋਲੂਸ਼ਨ ਜਿਹੜਾ ਹੈ ਉਹਦੇ 'ਤੇ ਪਹੁੰਚ ਸਕਦੇ ਹੋ। ਸੋ ਅਗੇਨ ਆਈ ਥਿੰਕ ਇਟਸ ਅ ਟਾਈਮ ਜਿਹੜਾ ਲੱਗਦਾ ਹੈ ਰਿਜ਼ੋਲਵ ਕਰਨ ਵਾਸਤੇ, ਐਂਡ ਸੋ ਮੈਨੀ ਥਿੰਗਸ ਆਰ ਆਊਟ ਆਫ ਅ ਲਾਇਰਸ ਕੰਟਰੋਲ। ਫੋਰ ਐਗਜ਼ਾਮਪਲ ਕਿ ਇੱਕ ਗਿਵਨ ਡੇ 'ਤੇ ਜਦੋਂ ਤੁਸੀਂ ਚੈਂਬਰਸ ਦੀ ਹੀਅਰਿੰਗ ਲਈ ਜਾਂਦੇ ਹੋ ਜੀ ਉੱਥੇ ਕਿੰਨੇ ਕੇਸਿਸ ਲੱਗੇ ਹੋਣੇ ਆ ਵੀ ਡੋਂਟ ਨੋ, ਕਿੰਨਾ ਟਾਈਮ ਲੱਗਣਾ ਹੈ ਵੀ ਡੋਂਟ ਨੋ, ਰਾਈਟ, ਕੀ ਤੁਹਾਡੀ ਉਸ ਦਿਨ ਸੁਣਵਾਈ ਹੋਏਗੀ ਜਾਂ ਤੁਹਾਨੂੰ ਵਾਪਸ ਜਾਣਾ ਪਏਗਾ ਵੀ ਡੋਂਟ ਨੋ। ਸੋ ਇਟਸ ਅ ਗੇਮ ਆਫ patience, it's an enterprise in patience, ਸਬਰ ਰੱਖਣਾ ਪੈਂਦਾ ਹੈ and that's hard, especially ਜਦੋਂ ਤੁਹਾਡੇ ਬੱਚੇ ਵਿੱਚ ਇਨਵੋਲਵ ਹੋਣ। ਰਾਈਟ, ਉਸ ਸਮੇਂ ਦਾ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਲੱਗਣਾ ਹੈ ਉਹਦੇ 'ਚ। very hard to predict, right, ਹੈ ਨਾ, it's difficult। ਸੋ ਚੰਦਨ ਜੀ, ਕੀ ਆਲਟਰਨੇਟਿਵ ਰੈਜ਼ੋਲੂਸ਼ਨ ਮੈਥਡਸ ਜਿਹੜੇ ਹੈਗੇ ਨੇ ਉਹ ਵੱਧ ਰਹੇ ਨੇ ਕੈਨੇਡਾ ਦੇ ਵਿੱਚ, ਤੇ ਜੇ ਵੱਧ ਰਹੇ ਨੇ ਤੇ ਕੀ ਉਹਦਾ ਇੰਪੈਕਟ ਕੀ ਹੈ ਡਾਈਵੋਰਸ ਲਾਅ ਦਾ ਜਿਹੜਾ ਹੈਗਾ ਕਾਨੂੰਨ ਉੱਤੇ ਕੀ ਪਏਗਾ? I think, yes, people are using other options. So mediation is a great option. ਹਰ ਇੱਕ ਕੇਸ ਦੇ ਵਿੱਚ at some point a lawyer ਤੁਹਾਨੂੰ ਕਹੇਗਾ ਕਿ ਤੁਸੀਂ mediation ਕਰਕੇ ਵੇਖੋ, ਇੱਕ mediator ਨੂੰ ਵਿੱਚ ਪਾ ਕੇ ਵੇਖੀਏ ਕਿ ਅਗਰ ਉਹ ਸਾਡਾ ਜਿਹੜਾ ਮਸਲਾ ਹੈ ਉਹਨੂੰ ਸੁਲਝਾ ਸਕਣ। And then there's another option, ਹੁਣ ਤੁਸੀਂ arbitrate ਵੀ ਕਰ ਸਕਦੇ ਹੋ, which means ਜਿਹੜੇ qualified arbitrator ਨੇ ਉਹ ਇੱਕ ਜੱਜ ਵਾਂਗਰ ਹੀ ਫੈਸਲਾ ਦਿੰਦੇ ਨੇ, ਬਟ ਤੁਹਾਨੂੰ ਉਹਨਾਂ ਨੂੰ ਪੇ ਕਰਨਾ ਪੈਂਦਾ ਹੈ। ਸੋ ਇਟਸ ਮੋਰ ਕਾਸਟਲੀ, ਬਟ ਅਗਰ ਤੁਸੀਂ ਉਹਨਾਂ ਦੇ ਨਾਲ ਡੇਟ ਬੁੱਕ ਕੀਤੀ ਹੈ ਦੈਨ ਤੁਹਾਨੂੰ ਪਤਾ ਹੈ ਕਿ ਤੁਹਾਡੀ ਉਸ ਦਿਨ ਸੁਣਵਾਈ ਹੋ ਕੇ ਫੈਸਲਾ ਮਿਲ ਜਾਣਾ ਹੈ। ਬਟ ਅਗੇਨ ਇਟ ਕਾਸਟਸ, ਕਿਉਂਕਿ ਤੁਹਾਨੂੰ ਆਰਬਿਟਰੇਟਰ ਦਾ ਖਰਚਾ ਜਿਹੜਾ ਉਹ ਦੇਣਾ ਪੈਂਦਾ ਹੈ, ਉਹਨਾਂ ਨੂੰ ਪੇ ਕਰਨਾ ਪੈਂਦਾ ਹੈ, ਦੋਨਾਂ ਧਿਰਾਂ ਨੂੰ ਹੀ ਪੇ ਕਰਨਾ ਪੈਂਦਾ ਹੈ। ਡਾਈਵੋਰਸ ਅਤੇ ਫੈਮਿਲੀ ਲਾਅ ਦੇ ਵਿੱਚ ਜਿਹੜੇ ਚੈਲੰਜਸ ਦੀ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਕੀ ਸਮਝਦੇ ਹੋ ਕਿਹੜੇ ਲੀਗਲ ਰਿਫਾਰਮਸ ਦੀ ਲੋੜ ਹੈਗੀ ਹੈ ਜਿਹਦੇ ਨਾਲ ਕਿ ਇਹ ਇਸ਼ੂਜ਼ ਛੇਤੀ ਐਡਰੈਸ ਹੋ ਸਕਣ? ਤੁਸੀਂ ਸਮੇਂ ਦੀ ਇੱਕ ਗੱਲ ਕੀਤੀ ਹੈ, ਇੱਕ ਬੜਾ ਵੱਡਾ ਫੈਕਟਰ ਹੈਗਾ। ਉਸ ਤੋਂ ਇਲਾਵਾ ਹੋਰ ਕੀ ਕੁਝ ਰਿਫਾਰਮਸ ਦੀ ਲੋੜ ਹੈ ਜਿਹਦੇ ਨਾਲ ਕਿ ਇਹ ਪ੍ਰੋਸੈਸ ਸਮੂਥਲੀ, ਜੇਕਰ ਕੋਈ ਇਸ ਨੂੰ ਐਨਕਾਊਂਟਰ ਕਰਦਾ ਹੈ, ਤੇ ਉਸ ਦੇ ਚੋਂ ਲੰਘ ਸਕੇ? I think this is me just speaking out of family lawyer practitioner wish list. If there was a separate section of the court that's dedicated to just family law matters, right? So ਤੁਹਾਡੇ ਜਿਹੜੇ judges ਨੇ ਇੱਕ separate family court ਹੋਏਗਾ, separate from civil, ਕਿਉਂਕਿ ਹੁਣ ਜਿਹੜਾ ਹੈ ਸਾਰਾ ਕੁਝ ਇੱਕੋ ਚੈਂਬਰਸ 'ਚ ਜਾਂਦਾ ਹੈ। civil ਹੋ ਗਿਆ, ਤੁਹਾਡੇ family law ਦੇ ਮਸਲੇ ਹੋ ਗਏ। ਅਗਰ ਇੱਕ completely separate chambers ਹੋਵੇ ਜਿਹਦੇ ਸਿਰਫ family law ਬਾਰੇ ਸੁਣਵਾਈ ਹੁੰਦੀ ਹੈ, that might assist, but then again the problem becomes judges, courtrooms, and we need more judges. Absolutely. I wish ifs and buts could be met, I and agree. if they are met, all solutions will be there. Because at the end of the day, ਸਾਡੇ ਵਾਸਤੇ ਵੀ, for all lawyers, I think if I speak generally, I don't think I'm wrong,
ਯੂਰ ਲਾਇਰਸ, ਤੁਹਾਡੇ ਲਾਇਰਸ ਚਾਹੁੰਦੇ ਨੇ ਕਿ ਤੁਹਾਨੂੰ ਰੈਜ਼ੋਲੂਸ਼ਨ ਉਹ ਲਿਆ ਕੇ ਦੇਣ, ਤੁਹਾਡੀ Right. ਪ੍ਰੋਬਲਮ ਜਿਹੜੀ ਉਹਦਾ ਤੁਹਾਨੂੰ ਰਿਜ਼ਲਟ ਜੋ ਵੀ ਹੋਵੇ ਤੁਹਾਨੂੰ ਲੈ ਕੇ ਦੇਣ। ਉਹਨਾਂ ਨੂੰ ਡਿਲੇ ਕਰਨ ਦੇ ਵਿੱਚ ਕੁਝ ਨਹੀਂ ਮਿਲਦਾ। ਜੀ We also want our files to move forward. ਰਾਈਟ So I think that's if there was something we could do to move them along, lawyers ਉਹ ਕਰਦੇ ਨੇ। ਰਾਈਟ Your lawyers try their best. But I think a lot of people, and again, I don't think ਇਹਦੇ 'ਚ ਕਿਸੇ ਦੀ ਗਲਤੀ ਹੈ ਜਦੋਂ ਤੁਸੀਂ ਕੋਈ ਫੈਮਿਲੀ ਲਾਅ ਪ੍ਰੋਬਲਮ ਦੇ ਵਿੱਚੋਂ ਗੁਜ਼ਰ ਰਹੇ ਹੋ। ਜੀ ਇੱਕ ਦਿਨ ਬਹੁਤ ਔਖਾ ਲੰਘਦਾ ਹੈ। I understand that. ਰਾਈਟ But ਤੁਹਾਡੇ ਜਿਹੜੇ lawyers ਨੇ, they're trying their best. ਵੰਡਰਫੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਤੁਸੀਂ ਇਸ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕੀਤੀ। ਕਿਸੇ ਨੇ ਸੰਪਰਕ ਕਰਨਾ ਹੋਏ ਕਿੱਥੇ ਤੁਹਾਨੂੰ ਕਾਲ ਕਰ ਸਕਦੇ? ਜੀ ਜ਼ਰੂਰ। ਸੋ ਸਾਡੇ ਆਫਿਸ ਦਾ ਨੰਬਰ ਹੈ 604-638-6998। ਜੀ ਥੈਂਕ ਯੂ ਚੰਦਨ ਜੀ, ਬਹੁਤ ਬਹੁਤ ਸ਼ੁਕਰੀਆ। Thank you so much.